Hello everyone, today we'll be doing monetary policy. ਤੁਹਾਡੇ ਸਿਲੇਬਸ ਦੇ ਵਿੱਚ ਦੋ policies ਨੇ, fiscal and monetary. Fiscal policy we have already covered in doing budget, and today we'll be doing monetary policy. What is a monetary policy exactly? First of all, it's a macroeconomic policy. That means it's a policy that affects the economy as a whole. It does not affect a single producer, एक manufacturer या एक firm ਨੂੰ affect ਨਹੀਂ ਕਰਦੀ, ਪੂਰੀ economy ਨੂੰ as a total affect ਕਰਦੀ ਹੋਈ policy ਹੈ, and it is designed by the central bank of a country. And what is the central bank? In India, central bank is RBI. Right? So in America, if they also have their monetary policy, or European Union, all these countries have a monetary policy. So they are designed by their respective central banks. So American central bank is Federal Reserve. So, and what is the major purpose of a monetary policy? Basically to control money supply. ठीक है, ਸਾਨੂੰ ਪਤਾ ਹੈ ਕਿ RBI ਇੱਕ ਬੈਂਕਿੰਗ ਰੈਗੂਲੇਟਰ ਹੈ, ਠੀਕ ਹੈ, ਔਰ ਉਹਦਾ ਮੇਜਰ ਕੰਮ ਹੁੰਦਾ ਹੈ ਇਕੋਨਮੀ ਦੇ ਵਿੱਚ ਮਨੀ ਸਪਲਾਈ ਨੂੰ ਰੈਗੂਲੇਟ ਕਰਨਾ। ਉਹ ਕਿਵੇਂ? ਔਰ ਇਹ ਮਨੀ ਸਪਲਾਈ ਨੂੰ ਰੈਗੂਲੇਟ ਕਰਦੇ ਕਰਦੇ ਜੋ ਨੀਚੇ ਜੋ ਵੇਰੀਏਬਲਸ ਦਿੱਤੇ ਹੈ ਮੈਂ, ਜਿਵੇਂ ਇਨਫਲੇਸ਼ਨ, ਕੰਜ਼ੰਪਸ਼ਨ, ਸੇਵਿੰਗਸ, ਇਨਵੈਸਟਮੈਂਟ, ਕੈਪੀਟਲ ਫਾਰਮੇਸ਼ਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਅਫੈਕਟ ਹੁੰਦਾ ਹੈ। ਵਿਲ ਸੀ ਇਨ ਅਪਕਮਿੰਗ ਸਲਾਈਡਸ ਜਦੋਂ ਮੋਨਟਰੀ ਪਾਲਿਸੀ ਇੰਸਟਰੂਮੈਂਟਸ ਨੂੰ ਅਸੀਂ ਸਟੱਡੀ ਕਰਨਾ ਹੈ ਅਤੇ ਇਹ ਕਿਵੇਂ ਵਰਕ ਕਰਦਾ ਹੈ। ਨਾਓ ਵਨ ਥਿੰਗ, ਅੱਗੇ ਵਧਣ ਤੋਂ ਪਹਿਲਾਂ ਜਦੋਂ ਮੋਨਟਰੀ ਪਾਲਿਸੀ ਟੂਲਸ ਦੇਖਣ ਤੋਂ ਪਹਿਲਾਂ ਯੂ ਹੈਵ ਟੂ ਅੰਡਰਸਟੈਂਡ ਕਿ ਇਨਫਲੇਸ਼ਨ ਐਂਡ ਡੀਫਲੇਸ਼ਨ। ਵਾਟ ਇਜ਼ ਇਨਫਲੇਸ਼ਨ? ਇਟਸ ਬੇਸਿਕਲੀ ਮਹਿੰਗਾਈ। ਮਹਿੰਗਾਈ ਇੱਕ ਮਾੜੀ ਚੀਜ਼ ਹੈ, ਇਹ ਤਾਂ ਸਭ ਨੂੰ ਦਿਖਦਾ ਹੈ ਕਿ ਮਹਿੰਗਾਈ ਜਦੋਂ ਜ਼ਿਆਦਾ ਹੁੰਦੀ ਹੈ ਆਮ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ, ਚੀਜ਼ਾਂ ਮਹਿੰਗੀਆਂ ਹੈ, ਐਂਡ ਦੈਟ ਕੁਡ ਲੀਡ ਟੂ ਲੋਟ ਆਫ ਪ੍ਰੋਬਲਮਸ, ਠੀਕ ਹੈ। ਲੇਕਿਨ ਜਦੋਂ ਬਹੁਤ ਜ਼ਿਆਦਾ ਚੀਜ਼ਾਂ ਦੇ ਪ੍ਰਾਈਸਿਸ ਘੱਟ ਜਾਂਦੇ ਨੇ, ਰਾਈਟ, ਜਦੋਂ ਮਹਿੰਗਾਈ ਦੀ ਦਰ ਬਹੁਤ ਜ਼ਿਆਦਾ ਘੱਟ ਜਾਏ, ਦੈਟ ਸਿਚੁਏਸ਼ਨ ਇਜ਼ ਕਾਲਡ ਡਿਫਲੇਸ਼ਨ। ਨਾ ਉਹ ਵੀ ਕੋਈ ਬਹੁਤ ਚੰਗੀ ਕੰਡੀਸ਼ਨ ਨਹੀਂ ਹੈ। ਐਜ਼ ਪਰਸਨਲੀ ਸਾਨੂੰ ਐਜ਼ ਕੰਜ਼ਿਊਮਰਸ ਲੱਗ ਸਕਦਾ ਹੈ ਕਿ ਅਗਰ ਪ੍ਰਾਈਸਿਸ ਬਹੁਤ ਜ਼ਿਆਦਾ ਡਾਊਨ ਹੈ ਦੈਟ ਇਟਸ ਅ ਵੈਰੀ ਫੇਵਰੇਬਲ ਥਿੰਗ, ਬਟ ਇਕੋਨਮੀ ਐਜ਼ ਅ ਹੋਲ ਅਗਰ ਦੇਖਿਆ ਜਾਏ ਡਿਫਲੇਸ਼ਨ ਇਜ਼ ਨੈਵਰ ਗੁੱਡ। ਦੈਟ ਮੀਨਸ ਕਿ ਪ੍ਰਾਈਸਿਸ ਜਦੋਂ ਘਟਦੇ ਜਾ ਰਹੇ ਹੈ, ਦੈਟ ਮੀਨਸ ਕਿ ਪ੍ਰੋਡਿਊਸਰਸ ਜੋ ਹੈ ਉਹਨਾਂ ਕੋਲ ਕੋਈ ਇਨਸੈਂਟਿਵ ਹੀ ਨਹੀਂ ਹੈ ਟੂ ਇਨਕਰੀਜ਼ ਦੇਅਰ ਪ੍ਰੋਡਕਸ਼ਨ। ਦੈਟ ਮੀਨਸ ਉਹ ਆਪਣੀ ਫੈਕਟਰੀਜ਼ ਪ੍ਰੋਡਕਸ਼ਨਸ ਬੰਦ ਕਰ ਸਕਦੇ ਆ। ਦੈਟ ਮੀਨਸ ਦੇ ਕੁਡ ਬੀ ਮੇਜਰ ਅਨਇੰਪਲੋਇਮੈਂਟ। ਸੋ ਡਿਫਲੇਸ਼ਨ ਦਾ ਸਿੱਧਾ ਸਿੱਧਾ ਲਿੰਕ ਹੁੰਦਾ ਸਲੋ ਡਾਊਨ ਰਿਸੈਸ਼ਨ ਦੇ ਨਾਲ। ਸੋ RBI ਨੂੰ ਦਾ ਕੀ ਕੰਮ ਹੁੰਦਾ ਹੈ ਕਿ ਉਹ ਇਨਫਲੇਸ਼ਨ ਨੂੰ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕਰਦੇ ਹੈ, ਐਂਡ ਇਹ ਕਿਵੇਂ ਕਰਦੇ ਆ? ਥਰੂ ਦਿਟਸ ਬਾਈ ਮੰਥਲੀ ਮੋਨਟਰੀ ਪਾਲਿਸੀ। ਸਿਰਫ ਮੋਨਟਰੀ ਪਾਲਿਸੀ ਨਹੀਂ ਕਰਦਾ RBI ਹੋਰ ਵੀ ਬਹੁਤ ਸਾਰੇ ਸਟੈਪਸ ਲੈਂਦੇ ਆ, ਬਹੁਤ ਸਾਰੀਆਂ ਅਨਾਊਂਸਮੈਂਟਸ, ਬਹੁਤ ਸਾਰੀਆਂ ਪ੍ਰੋਗਰਾਮਸ ਕਰਦੇ ਆ, ਲੇਕਿਨ ਮੋਨਟਰੀ ਪਾਲਿਸੀ ਇਜ਼ ਦੀ ਮੇਜਰ ਟੂਲ। ਸੋ ਅਗਰ ਇਨਫਲੇਸ਼ਨਰੀ ਕੰਡੀਸ਼ਨ ਹੈ ਤਾਂ RBI ਕੀ ਕਰੂਗਾ? ਮਨੀ ਸਪਲਾਈ ਨੂੰ ਡਿਕਰੀਜ਼ ਕਰਨ ਦੀ ਕੋਸ਼ਿਸ਼ ਕਰੇਗਾ, ਐਂਡ ਅਗਰ ਡਿਫਲੇਸ਼ਨ ਹੈ ਦੈਨ RBI ਜੋ ਹੈ ਮਨੀ ਸਪਲਾਈ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੇਗਾ। ਜਸਟ ਲਿਟਲ ਬਿਟ ਆਫ ਐਗਜ਼ਾਮਪਲ ਕਿ ਲੈਟਸ ਸੇ ਕਿਸੇ ਪ੍ਰੋਡਕਟ ਦੀ ਪ੍ਰਾਈਸ ਬਹੁਤ ਜ਼ਿਆਦਾ ਹੈ, ਲੈਟਸ ਸੇ ਅਨੀਅਨਸ, ਜਿਵੇਂ ਪਿੱਛੇ ਜੇ ਪਿਆਜ਼ ਬਹੁਤ ਮਹਿੰਗੇ ਹੋ ਗਏ ਸੀ, ਰਾਈਟ। ਸੋ ਅਗਰ 150 ਰੁਪਇਆ ਕਿਲੋ ਪਿਆਜ਼ ਵਿਕ ਰਹੇ ਨੇ, ਦੈਟ ਮੀਨਸ ਕੀ ਕੀਤਾ ਜਾਏ? ਜਾਂ ਤਾਂ ਉਹਨਾਂ ਦੀ ਡਿਮਾਂਡ ਨੂੰ ਘਟਾਇਆ ਜਾਏ, ਰਾਈਟ, ਔਰ ਜਾਂ ਉਹਨਾਂ ਦੀ ਸਪਲਾਈ ਨੂੰ ਵਧਾਇਆ ਜਾਏ। ਸੋ ਟੂ ਇਨਕਰੀਜ਼ ਸਪਲਾਈ ਇਜ਼ ਵੈਰੀ ਡਿਫਿਕਲਟ, ਰਾਈਟ, ਸਪੈਸ਼ਲੀ ਇਨ ਸ਼ੋਰਟ ਟਰਮ ਕਿ ਇੱਕਦਮ ਤੁਸੀਂ ਸਪਲਾਈ ਨਹੀਂ ਵਧਾ ਸਕਦੇ, ਸਪੈਸ਼ਲੀ ਐਗਰੀਕਲਚਰ ਪ੍ਰੋਡਕਟਸ ਦੀ, ਔਰ ਦੂਜੀਆਂ ਵੀ ਚੀਜ਼ਾਂ ਦੀ ਸਪਲਾਈ 'ਤੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੁੰਦੀਆਂ। ਸੋ RBI ਦਾ ਫੋਕਸ ਕਿਸ ਸਾਈਡ ਹੁੰਦਾ ਹੈ? ਡਿਮਾਂਡ ਸਾਈਡ 'ਤੇ, ਠੀਕ ਹੈ। ਡਿਮਾਂਡ ਸਾਈਡ 'ਤੇ RBI ਕੀ ਕਰੇਗਾ ਕਿ ਡਿਮਾਂਡ ਘਟਾਏਗਾ। ਹੁਣ ਡਿਮਾਂਡ ਕਿਵੇਂ ਘਟਾਏਗਾ? ਬਾਏ ਡਿਕਰੀਜ਼ਿੰਗ ਦੀ ਮਨੀ ਸਪਲਾਈ। ਕਿ ਅਗਰ ਇਕੋਨਮੀ ਦੇ ਵਿੱਚ ਥੋੜ੍ਹਾ ਪੈਸਾ ਘੱਟ ਜੇ, ਠੀਕ ਹੈ, ਲੋਕਾਂ ਕੋਲ ਜਿਹੜੇ ਜ਼ਿਆਦਾ ਲੋਨਸ ਐਂਡ ਆਲ ਉਹ ਸਾਰਾ ਮਨੀ ਜ਼ਿਆਦਾ ਈਜ਼ੀ ਮਿਲ ਰਿਹਾ ਸੀ, ਉਹ ਘੱਟ ਜੇ ਤਾਂ ਪ੍ਰੋਡਕਟਸ ਦੀ ਡਿਮਾਂਡ ਜੋ ਹੈ ਉਹ ਆਪਣੇ ਆਪ ਘੱਟ ਜਾਏਗੀ, ਐਂਡ ਪ੍ਰੋਡਕਟਸ ਦੀ ਪ੍ਰਾਈਸਿਸ ਵੀ ਘੱਟ ਜਾਣਗੀਆਂ, ਇਨਫਲੇਸ਼ਨ ਵੀ ਕੰਟਰੋਲ 'ਚ ਆ ਜਾਏਗੀ। ਐਂਡ ਦੀ ਰਿਵਰਸ ਸਿਚੁਏਸ਼ਨ ਇਜ਼ ਟਰੂ ਜਦੋਂ ਡਿਫਲੇਸ਼ਨ ਹੁੰਦੀ ਹੈ, ਠੀਕ ਹੈ। ਹੁਣ ਇਹ ਸਾਰਾ ਕੁਛ RBI ਕਿਵੇਂ ਕਰਦੀ ਹੈ? ਮਨੀ ਸਪਲਾਈ ਨੂੰ ਇਨਕਰੀਜ਼ ਕਰਨਾ, ਡਿਕਰੀਜ਼ ਕਰਨਾ, ਠੀਕ ਹੈ, ਉਹ ਕਰਦੀ ਹੈ ਥਰੂ ਇੰਸਟਰੂਮੈਂਟਸ ਆਫ ਮੋਨਟਰੀ ਪਾਲਿਸੀ ਜਾਂ ਟੂਲਸ ਆਫ ਮੋਨਟਰੀ ਪਾਲਿਸੀ। ਐਂਡ ਇਹ ਦੋ ਤਰ੍ਹਾਂ ਦੇ ਹੁੰਦੇ ਆ, ਕੁਆਂਟੀਟੇਟਿਵ ਐਂਡ ਕੁਆਲਿਟੇਟਿਵ। ਕੁਆਂਟੀਟੇਟਿਵ ਹੁੰਦੇ ਆ ਜਿਹੜੇ ਬੇਸਿਕਲੀ ਮਨੀ ਸਪਲਾਈ ਜਾਂ ਕ੍ਰੈਡਿਟ ਦੀ ਕੁਆਂਟਿਟੀ ਨੂੰ ਇਫੈਕਟ ਕਰਦੇ ਆ, ਠੀਕ ਹੈ, ਔਰ ਕੁਆਲੀਟੇਟਿਵ ਹੈ ਜਿਹੜੇ ਬਹੁਤ ਵੈਰੀ ਇਨਡਾਇਰੈਕਟ ਕਾਈਂਡ ਆਫ ਟੂਲਸ ਹੈ ਜੋ ਅੱਗੇ ਅਸੀਂ ਦੇਖਾਂਗੇ, ਠੀਕ ਹੈ। ਨਾਓ ਕੁਆਂਟੀਟੇਟਿਵ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਟੂਲ ਹੈ ਦੈਟ ਇਜ਼ CRR ਔਰ ਕੈਸ਼ ਰਿਜ਼ਰਵ ਰੇਸ਼ੋ। ਹੁਣ ਇਹ ਕੀ ਹੁੰਦੀ ਹੈ? ਇਹ ਹੁੰਦੀ ਹੈ ਟੋਟਲ ਡਿਪੋਜ਼ਿਟਸ ਜਿਹੜੇ ਇੱਕ ਬੈਂਕ ਦੇ ਕੋਲ ਹੈ, ਜੋ ਕਿ ਬੈਂਕ ਦੀ ਲਾਇਬਿਲਿਟੀ ਹੈ, ਰਾਈਟ, ਲੋਕਾਂ ਦਾ ਪੈਸਾ ਬੈਂਕ ਦੇ ਕੋਲ ਹੈ, ਔਰ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ? ਡਿਮਾਂਡ ਡਿਪੋਜ਼ਿਟ ਅਤੇ ਟਾਈਮ ਡਿਪੋਜ਼ਿਟ। ਟਾਈਮ ਡਿਪੋਜ਼ਿਟ ਮੀਨਸ ਜੋ FD ਵਗੈਰਾ ਹੈ। ਸੋ ਟੋਟਲ ਜਿੰਨੇ ਵੀ ਡਿਪੋਜ਼ਿਟਸ ਹੈ ਉਹਨਾਂ ਦਾ ਇੱਕ ਪਰਸੈਂਟੇਜ ਜੋ ਬੈਂਕਸ ਨੂੰ ਕੀ ਕਰਨਾ ਹੁੰਦਾ ਹੈ? ਕੈਸ਼ ਦੇ ਵਿੱਚ ਰੱਖਣਾ ਹੁੰਦਾ ਹੈ, ਰਾਈਟ, ਕੈਸ਼ ਦੇ ਵਿੱਚ ਰੱਖਣਾ ਹੈ ਔਰ RBI ਦੇ ਕੋਲ ਰੱਖਣਾ ਹੈ, ਰਾਈਟ। ਔਰ
ਇਹ ਹੁਣ ਕਿੰਨਾ ਹੈ ਇਸ ਟਾਈਮ 3%। ਸੋ ਅਗਰ ਲੈਟਸ ਸੇ 100 ਕਰੋੜਸ ਫॉर एग्जांपल, ਮੈਂ ਬਹੁਤ ਸਿੰਪਲਿਸਟਿਕ ਐਗਜ਼ਾਮਪਲ ਲੈ ਰਹੀ ਹਾਂ, ਕਿਸੇ ਬੈਂਕ ਦੇ ਟੋਟਲ ਡਿਪੋਜ਼ਿਟਸ ਜਿਹੜੇ ਆ ਉਹ 100 ਕਰੋੜਸ ਹੈ, ਠੀਕ ਹੈ, ਔਰ ਇਹਦਾ ਮਤਲਬ ਕੀ ਹੈ 3% ਜੋ ਹੈ ਉਹਨਾਂ ਨੇ ਸਾਈਡ ਤੇ ਰੱਖ ਦੇਣਾ ਹੈ ਐਜ਼ ਕੈਸ਼, ਓਕੇ, ਐਂਡ ਦੈਟ ਮੀਨਸ 3 ਕਰੋੜ ਜਿਹੜਾ ਹੈ 100% ਦਾ 3% ਉਹ ਸਾਈਡ ਤੇ ਰੱਖ ਦੇਣਗੇ। ਕਿੱਥੇ ਰੱਖਣਗੇ? ਵਿਦ RBI। RBI ਦੇ ਕੋਲ ਐਕਚੁਅਲੀ ਜਮ੍ਹਾਂ ਕਰਾਉਣਾ ਹੈ ਕੈਸ਼ ਰਿਜ਼ਰਵ ਰੇਸ਼ੋ ਦੇ ਰੂਪ ਦੇ ਵਿੱਚ। ਹੁਣ ਇਹਦਾ ਕੀ ਮਤਲਬ ਹੈ ਕਿ ਇੱਕ ਤਾਂ ਸਿੱਧਾ 3%, 3 ਕਰੋੜ ਜਿਹੜਾ ਹੈ ਦੈਟ ਮੀਨਸ ਉਹ ਲੋਨ ਨਹੀਂ ਦੇ ਸਕਦੇ ਅੱਗੇ, ਉਹ ਆਪਣੇ ਕੰਮ ਲਈ ਨਹੀਂ ਇਨਵੈਸਟਮੈਂਟ ਨਹੀਂ ਕਰ ਸਕਦੇ ਉਹਦੇ 'ਤੇ, ਠੀਕ ਹੈ। ਇਹਦਾ ਪਰਪਸ ਕੀ ਹੁੰਦਾ ਹੈ? ਇੱਕ ਤਾਂ ਇਹਦਾ ਪਰਪਸ ਬੇਸਿਕਲੀ ਹੁੰਦਾ ਹੈ ਕਿ ਕੱਲ੍ਹ ਨੂੰ ਮੰਨ ਲਓ ਇੱਕਦਮ ਜ਼ਿਆਦਾ ਜਣੇ ਬੈਂਕ ਕੋਲ ਪੈਸੇ ਕਢਵਾਉਣ ਆ ਜਾਣ, ਰਾਈਟ, ਕੋਈ ਪ੍ਰੋਬਲਮ ਹੋ ਜਾਂਦੀ ਹੈ, ਕੋਈ ਰਿਊਮਰ ਫੈਲ ਜਾਂਦੀ ਹੈ ਮਾਰਕੀਟ 'ਚ, ਕੋਈ ਕੁਛ ਹੋ ਜਾਂਦਾ ਹੈ, ਲੋਕ ਜੋ ਹੈ ਉਹ ਬੈਂਕ ਭੱਜੇ ਜਾ ਰਹੇ ਹੈ, ਸਾਨੂੰ ਪੈਸੇ ਚਾਹੀਦੇ ਹੈ। ਸੋ ਉਸ ਟਾਈਮ ਜੋ ਹੈ ਬੈਂਕ ਕੋਲ ਕੁਛ ਰਿਜ਼ਰਵ ਪਿਆ ਹੋਣਾ ਚਾਹੀਦਾ। ਸੋ ਬੈਂਕ ਕੈਨ ਆਸਕ RBI ਕਿ ਮੇਰਾ ਰਿਜ਼ਰਵ ਮੈਨੂੰ ਦਿਓ ਅਤੇ ਮੈਂ ਲੋਕਾਂ ਨੂੰ ਪੈਸੇ ਵਾਪਸ ਕਰਾਂ। ਦਿਸ ਕਾਈਂਡ ਆਫ ਸਿਚੁਏਸ਼ਨ ਇਜ਼ ਨੋਨ ਐਜ਼ ਬੈਂਕ ਰਨ। ਦੈਟ ਮੀਨਸ ਪੀਪਲ ਆਰ ਰਨਿੰਗ ਟੂਵਰਡਸ ਦੀ ਬੈਂਕ ਟੂ ਗੈਟ ਦੇਅਰ ਮਨੀ ਆਊਟ। ਸੋ ਦੂਜਾ ਮੋਨੀਟਰੀ ਪਾਲਿਸੀ ਦੇ ਵਿੱਚ ਇਹਨੂੰ ਕਿਵੇਂ ਹੁੰਦਾ ਹੈ ਕਿ ਜਿਵੇਂ ਅਗਰ RBI ਇਸ ਨੂੰ ਇਨਕਰੀਜ਼ ਕਰ ਦਿੰਦੀ ਹੈ 3% ਤੋਂ ਲੈਟਸ ਸੇ 5% ਕਰ ਦਿੰਦੀ ਹੈ, ਦੈਟ ਮੀਨਸ ਕਿ ਹੁਣ ਅਗਰ 100 ਕਰੋੜ ਫੰਡ ਸੀਗੇ ਉਹਦੇ ਕੋਲ, ਟੋਟਲ ਡਿਪੋਜ਼ਿਟਸ ਆਏ ਸੀ, ਉਹਦਾ ਹੁਣ ਉਹ 5 ਕਰੋੜ ਰੱਖਣਾ ਪਏਗਾ RBI ਦੇ ਕੋਲ। ਸੋ ਸਿਰਫ 95 ਕਰੋੜ ਹੀ ਹੈ ਬਚਦੇ ਹੈ ਜਿਹਦਾ ਉਹ ਕੁਛ ਹੋਰ ਕਰ ਸਕਦਾ ਹੈ, ਰਾਈਟ। ਸੋ ਔਰ ਜਦੋਂ ਇਨਫਲੇਸ਼ਨ ਪੀਰੀਅਡ ਹੈ ਮੀਨਸ ਮਨੀ ਸਪਲਾਈ ਨੂੰ ਡਿਕਰੀਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਸੋ ਇਸ ਰੇਟ ਨੂੰ ਵਧਾਇਆ ਜਾਂਦਾ ਹੈ। Next is bank rate. Bank rate basically is nothing but ਜਿਸ ਰੇਟ ਤੇ RBI ਕਮਰਸ਼ੀਅਲ ਬੈਂਕਸ ਨੂੰ ਲੈਂਡ ਕਰਦਾ ਹੈ, ਮੀਨਸ ਉਹਨਾਂ ਨੂੰ ਲੋਨ ਦਿੰਦਾ ਹੈ ਲੌਂਗ ਟਰਮ ਪੀਰੀਅਡ ਦੇ ਲਈ, ਔਰ ਇਹ ਪ੍ਰੈਜ਼ੈਂਟਲੀ ਇਹ ਰੇਟ ਹੈਗਾ 4.65%। ਹੁਣ ਕੀ ਹੁੰਦਾ ਹੈ ਕਿ ਅਗਰ ਇਨਫਲੇਸ਼ਨ ਹੈ ਦੈਨ RBI ਕੀ ਕਰੇਗਾ ਕਿ ਇਸ ਰੇਟ ਨੂੰ ਇਨਕਰੀਜ਼ ਕਰ ਦੇਗਾ। ਦੈਟ ਮੀਨਸ ਬੈਂਕਸ ਨੂੰ RBI ਤੋਂ ਮਹਿੰਗਾ ਲੋਨ ਮਿਲ ਰਿਹਾ ਹੈ ਅਤੇ ਅੱਗੇ ਵੀ ਜੋ ਬੈਂਕਾਂ ਨੇ ਲੋਨ ਦੇਣੇ ਹੈ ਉਹ ਵੀ ਉਹ ਮਹਿੰਗੇ ਦੇਣਗੇ, ਐਂਡ ਲੋਕੀ ਜੋ ਹੈ ਉਹ ਡਿਸਕਰੇਜ ਹੋਣਗੇ ਲੋਨ ਲੈਣ ਵਾਸਤੇ, ਮਨੀ ਸਪਲਾਈ ਜੋ ਹੈ ਉਹ ਡਿਕਰੀਜ਼ ਹੋ ਜਾਏਗੀ, ਪ੍ਰਾਈਸਿਸ ਜੋ ਹੈ ਉਹ ਕੰਟਰੋਲ ਹੋ ਜਾਣਗੇ, ਠੀਕ ਹੈ। ਲੇਕਿਨ ਯੂ ਹੈਵ ਟੂ ਬੀ ਕੇਅਰਫੁਲ ਕਿ ਹੁਣ ਬੈਂਕ ਰੇਟ ਜ਼ਿਆਦਾ ਕੁਛ ਯੂਜ਼ ਨਹੀਂ ਹੁੰਦਾ। ਇਸ ਚੀਜ਼ ਦੀ ਜਗ੍ਹਾ ਜੋ ਰੇਟ ਜ਼ਿਆਦਾ ਯੂਜ਼ ਹੁੰਦਾ ਹੈ ਉਹ ਹੁੰਦਾ ਹੈ ਰੈਪੋ ਰੇਟ, ਅੱਗੇ ਆਪਾਂ ਕਰਨਾ ਹੈ। ਸੋ ਹੁਣ RBI ਕੀ ਕਰਦਾ ਹੈ, ਬੈਂਕ ਰੇਟ ਨੂੰ ਕੋਈ ਜ਼ਿਆਦਾ ਤਵੱਜੋ ਨਹੀਂ ਦਿੰਦਾ, ਇਹਨੂੰ ਇੱਕ ਪੈਨੈਲਿਟੀ ਦੇ ਰੇਟ ਦੇ ਵਿੱਚੋਂ ਵਜੋਂ ਰੱਖਦਾ ਹੈ ਕਿ ਕਿਸੇ ਬੈਂਕ ਨੂੰ ਕੋਈ ਪੈਨੈਲਿਟੀ ਲਗਾਉਣੀ ਹੈ, ਕੋਈ ਫਾਈਨ ਲਗਾਉਣਾ ਹੈ ਅਤੇ ਉਹ ਬੈਂਕ ਰੇਟ ਦੇ ਉਨ੍ਹੇ ਉੱਤੇ ਲਗਾ ਦਿੰਦੇ ਆ, ਠੀਕ ਹੈ। ਇਹਦੀ ਕੋਈ ਜ਼ਿਆਦਾ ਇੰਪੋਰਟੈਂਸ ਨਹੀਂ ਹੈ। ਦਿਸ ਇਜ਼ ਦੀ ਮੇਜਰ ਇੰਪੋਰਟੈਂਟ ਥਿੰਗ ਇਜ਼ ਓਪਨ ਮਾਰਕੀਟ ਆਪਰੇਸ਼ਨਸ। ਹੁਣ ਓਪਨ ਮਾਰਕੀਟ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਕਨਸੈਪਟ ਸਮਝਣਾ ਪਏਗਾ ਗਵਰਨਮੈਂਟ ਸਿਕਿਉਰਿਟੀਜ਼ ਦਾ, ਕਿ ਗਵਰਨਮੈਂਟ ਸਿਕਿਉਰਿਟੀਜ਼ ਬੇਸਿਕਲੀ ਕੀ ਚੀਜ਼ ਹੈ। Government securities are nothing but debentures of the government, right? It's a debt instrument but by government, ठीक है। और basically government ਦੇ bond ਕਹਿ ਲਓ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼। ਹੁਣ ਇਹ ਕੀ ਹੁੰਦੀ ਹੈ ਕਿ ਇਹ ਬੈਂਕਸ ਜਿਹੜੇ ਹੈ ਜਦੋਂ ਗਵਰਨਮੈਂਟ ਨੂੰ ਪੈਸੇ ਦੀ ਲੋੜ ਹੁੰਦੀ ਹੈ, ਗਵਰਨਮੈਂਟ ਆਪਣੀਆਂ ਸਿਕਿਉਰਿਟੀਜ਼ ਨੂੰ ਇਸ਼ੂ ਕਰ ਦਿੰਦਾ ਹੈ, ਐਂਡ ਜਦੋਂ ਉਹ ਇਸ਼ੂ ਕਰਦਾ ਹੈ ਉਹ ਸਿਕਿਉਰਿਟੀਜ਼ ਮੀਨਸ ਇੱਕ ਕਾਗਜ਼ ਕਹਿ ਲਓ, ਉਹ ਦੇ ਦਿੰਦਾ ਹੈ ਇਨਵੈਸਟਰ ਨੂੰ ਔਰ ਗਵਰਨਮੈਂਟ ਨੂੰ ਪੈਸਾ ਮਿਲ ਜਾਂਦਾ ਹੈ। ਸੋ ਜੋ ਬੈਂਕਸ ਕੋਲ ਬਹੁਤ ਸਾਰਾ ਡਿਪੋਜ਼ਿਟ ਹੁੰਦਾ ਹੈ, ਬੈਂਕਸ ਵੀ ਬਹੁਤ ਸਾਰੇ ਗਵਰਨਮੈਂਟ ਸਿਕਿਉਰਿਟੀਜ਼ ਇਨਵੈਸਟ ਕਰਦੇ ਰਹਿੰਦੇ ਆ, ਠੀਕ ਹੈ। ਸੋ ਬੈਂਕਸ ਦੇ ਕੋਲ ਬਹੁਤ ਸਾਰੀਆਂ ਗਵਰਨਮੈਂਟ ਸਿਕਿਉਰਿਟੀਜ਼ ਪਈਆਂ ਹੁੰਦੀਆਂ। ਸੋ ਹੁਣ ਇਹਦੇ 'ਚ ਕੀ ਹੁੰਦਾ ਹੈ ਕਿ RBI ਜੋ ਹੈ ਉਹ ਕੀ ਕਰਦਾ ਹੈ ਗਵਰਨਮੈਂਟ ਸਿਕਿਉਰਿਟੀਜ਼ ਦੇ ਓਪਨ ਮਾਰਕੀਟ ਆਪਰੇਸ਼ਨ ਦੇ ਅੰਡਰ, ਕਿ ਅਗਰ RBI ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਨਫਲੇਸ਼ਨ ਹੋ ਰਹੀ ਹੈ, ਠੀਕ ਹੈ, ਅਤੇ ਉਦੋਂ RBI ਕੀ ਕਰੇਗਾ, ਕੁਛ ਗਵਰਨਮੈਂਟ ਸਿਕਿਉਰਿਟੀਜ਼ ਬੈਂਕਸ ਨੂੰ ਸੈੱਲ ਕਰ ਦੇਗਾ। ਜਦੋਂ ਗਵਰਨਮੈਂਟ ਸਿਕਿਉਰਿਟੀ ਸੈੱਲ ਕਰੇਗਾ ਦੈਟ ਮੀਨਸ RBI ਕਾਗਜ਼ ਦੇ ਦੇਗਾ ਉਹਨਾਂ ਨੂੰ, ਅਤੇ ਉਹ ਉਹਨੂੰ ਕੀ ਦੇਣਗੇ ਉਹਦੇ ਬਦਲੇ, ਗਵਰਨਮੈਂਟ ਸਿਕਿਉਰਿਟੀਜ਼ ਦੇ ਬਦਲੇ ਪੈਸੇ। ਦੈਟ ਮੀਨਸ ਵਾਟ, ਕਿ ਬੈਂਕਾਂ ਕੋਲ ਅੱਗੇ ਲੈਂਡ ਕਰਨ ਦੇ ਲਈ, ਅੱਗੇ ਲੋਨ ਦੇਣ ਲਈ ਹੁਣ ਪੈਸੇ ਜਿਹੜੇ ਨੇ ਉਹ ਘੱਟ ਗਏ ਨੇ, ਠੀਕ ਹੈ, ਬਿਕੋਜ਼ ਉਹਨਾਂ ਨੇ RBI ਤੋਂ ਸਿਕਿਉਰਿਟੀਜ਼ ਖਰੀਦ ਲਈਆਂ, ਬਿਕੋਜ਼ RBI ਨੇ ਉਹਨਾਂ ਨੂੰ ਗਵਰਨਮੈਂਟ ਸਿਕਿਉਰਿਟੀਜ਼ ਵੇਚ ਦਿੱਤੀਆਂ। ਇਸ ਤੋਂ ਉਲਟੀ ਚੀਜ਼ ਹੁੰਦੀ ਹੈ ਜਦੋਂ ਜਿਵੇਂ ਰਿਸੈਸ਼ਨ ਹੈ, ਸਲੋ ਡਾਊਨ ਹੈ, ਉਦੋਂ RBI ਦਾ ਮੰਤਵ ਹੁੰਦਾ ਹੈ ਕਿ ਬੈਂਕਸ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਮਨੀ ਹੋਏ ਜੋ ਕਿ ਬੈਂਕਸ ਅੱਗੇ ਲੈਂਡ ਕਰਨ, ਠੀਕ ਹੈ। ਸੋ ਉਦੋਂ RBI ਕੀ ਕਰਦਾ ਹੈ, ਬਾਏ ਕਰਦਾ ਹੈ, ਠੀਕ ਹੈ, ਉਹ ਜ਼ਿਆਦਾ ਸਿਕਿਉਰਿਟੀਜ਼ ਬਾਏ ਕਰਦਾ ਹੈ, ਔਰ ਉਦੋਂ ਇਹਦਾ ਮਤਲਬ ਕੀ ਹੈ ਕਿ RBI ਜੋ ਹੈ ਉਹਨਾਂ ਨੂੰ ਪੈਸੇ ਦਿੰਦਾ ਹੈ ਅਤੇ ਬੈਂਕਸ ਕੀ ਕਰਦੇ ਆ, ਉਹਨੂੰ ਆਪਣੀਆਂ ਸਿਕਿਉਰਿਟੀਜ਼ ਦੇ ਦਿੰਦੇ ਆ, ਰਾਈਟ।
सो RBI इज़ बाइंग, दैट इज़ ऑल्सो नोन एज बॉन्ड बाइंग कि ड्यूरिंग रिसैशन और स्लो डाउन। यू नो कि ਹੁਣ ਕਰੋਨਾ ਵਾਇਰਸ ਕਰਕੇ ਰਿਸੈਸ਼ਨ ਦਾ ਆਉਣਾ ਤਾਂ ਤੈਅ ਹੀ ਹੈ। ਸੋ ਇਨ ਦ ਸਿਚੁਏਸ਼ਨ RBI ਕੁਝ ਇਹੋ ਜਿਹਾ ਜ਼ਰੂਰ ਪਲਾਨ ਕਰ ਰਿਹਾ, ਠੀਕ ਹੈ। ਵੈਸੇ ਇਹ ਡੇਲੀ ਬੇਸਿਸ 'ਤੇ ਚੱਲਦਾ ਵੀ ਰਹਿੰਦਾ ਹੈ, ਕੋਈ ਐ ਨਹੀਂ ਹੈਗਾ ਕਿ ਨਵਾਂ ਹੋਏਗਾ ਅਗਰ ਕਰੋਨਾ ਵਾਇਰਸ ਕਰਕੇ। ਇਟਸ ਜਸਟ ਕਿ ਉਹਦਾ ਕੁਆਂਟਿਟੀ ਬਦਲ ਜਾਂਦੀ ਹੈ। ਆਈ ਮੀਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ RBI ਹੁਣ ਬਾਏ ਕਰੇਗਾ ਕਮਰਸ਼ੀਅਲ ਬੈਂਕਸ ਤੋਂ। नेक्स्ट इज़ SLR, इट्स अ स्टैचुटरी लिक्विडिटी रेशो, इट इज़ सेम एज CRR, लेकिन फ़र्क सिर्फ ਇੰਨਾ ਹੈ ਕਿ ਉੱਥੇ ਆਪਾਂ ਸਿਰਫ ਜੋ ਸੀ ਕੈਸ਼ ਦੇ ਵਿੱਚ ਰੱਖਿਆ ਸੀਗਾ, ਇੱਥੇ ਅਸੀਂ ਕੀ ਕਰਨਾ ਹੈ ਇਨ ਲਿਕੁਇਡ ਐਸਿਡਸ ਲਾਈਕ ਕੈਸ਼, ਗੋਲਡ, ਗਵਰਨਮੈਂਟ ਸਿਕਿਉਰਿਟੀਜ਼, ਠੀਕ ਹੈ। ਇਹ ਤਿੰਨ ਚੀਜ਼ਾਂ ਅਸੀਂ ਰੱਖ ਸਕਦੇ ਹਾਂ। ਸੋ ਐਟ ਪ੍ਰੈਜ਼ੈਂਟ ਜਿਹੜਾ ਹੈ SLR ਹੈ ਉਹ ਹੈ 18%, दैट मीन्स अगर 100 करोड़ डिपॉजिट्स ने 18% मीन्स 18 जो है ਉਹ SLR ਅਤੇ 3% ਪਹਿਲਾਂ CRR ਸੀਗਾ। ਇਹ ਸਾਰਾ ਕੁਛ ਤਾਂ ਬੈਂਕ ਜੋ ਹੈ ਉਹ ਲੈਂਡ ਨਹੀਂ ਕਰ ਸਕਦੀ, ਰਾਈਟ। ਉਸ ਤੋਂ ਇਲਾਵਾ ਜੋ ਮਨੀ ਬਚੇਗਾ ਉਹੀ ਉਹ ਲੈਂਡ ਕਰੇਗੀ। ਹੁਣ ਓਬਵੀਅਸਲੀ ਅਗਰ ਇਨਫਲੇਸ਼ਨ ਹੈ, RBI ਚਾਹੁੰਦਾ ਹੈ ਕਿ ਬੈਂਕ ਜ਼ਿਆਦਾ ਪੈਸਾ ਲੈਂਡ ਨਾ ਕਰਨ ਅਤੇ ਉਹ SLR ਨੂੰ ਵਧਾ ਦੇਣਗੇ। ਅਗਰ ਜਿਵੇਂ ਹੁਣ ਅੱਜ ਕੱਲ੍ਹ ਰਿਸੈਸ਼ਨ ਹੈ ਜਾਂ ਕੁਛ, ਉਦੋਂ ਕੀ ਹੁੰਦਾ ਹੈ RBI ਇਸ ਨੂੰ ਘਟਾ ਦਿੰਦਾ ਹੈ। ਬਿਕੋਜ਼ ਤੁਸੀਂ ਅਗਰ ਦਿੱਤਾ ਹੋਏ ਕਦੇ ਧਿਆਨ, ਤੇ ਪਹਿਲਾਂ ਇਹ ਰੇਟ ਜੋ ਹੈ ਅੱਜ ਤੋਂ 2 ਸਾਲ ਪਹਿਲਾਂ 22% ਸੀਗਾ, ਠੀਕ ਹੈ। ਸੋ ਬਿਕੋਜ਼ ਅਸੀਂ 2-3 ਸਾਲ ਤੋਂ ਹੀ ਐਕਚੁਅਲੀ ਰਿਸੈਸ਼ਨ ਦੇ ਵਿੱਚ ਆ ਰਹੇ ਹਾਂ, ਅਤੇ RBI ਨੇ ਇਹਨੂੰ ਹੌਲੀ ਹੌਲੀ 18% 'ਤੇ ਲਿਆ ਦਿੱਤਾ ਸੋ ਦੈਟ ਬੈਂਕਸ ਦੇ ਕੋਲ ਹੁਣ ਜ਼ਿਆਦਾ ਪੈਸੇ ਬਚਣ, ਠੀਕ ਹੈ। ਪਹਿਲਾਂ 22% ਰੱਖਣਾ ਪੈਂਦਾ ਸੀ ਸਾਈਡ 'ਤੇ, ਹੁਣ ਸਿਰਫ 18% ਰੱਖਣਾ ਪੈਂਦਾ ਹੈ। ਸਭ ਤੋਂ ਮੇਜਰ ਚੀਜ਼ ਰੈਪੋ ਰੇਟ, ਜੋ ਸਭ ਤੋਂ ਜ਼ਿਆਦਾ ਨਿਊਜ਼ ਦੇ ਵਿੱਚ ਰਹਿੰਦੀ ਹੈ, ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਔਰ ਇਹ RBI ਦੀ ਸਭ ਤੋਂ ਇੰਪੋਰਟੈਂਟ ਪੋਲਿਸੀ ਇੰਸਟਰੂਮੈਂਟ ਹੈ ਜੋ ਉਹ ਯੂਜ਼ ਕਰਦੀ ਹੈ। ਬੇਸਿਕਲੀ ਇਹਦੇ ਵਿੱਚ ਕੀ ਹੁੰਦਾ, ਸਾਨੂੰ ਹੁਣ ਪਤਾ ਹੈ ਕਿ ਬੈਂਕਸ ਦੇ ਕੋਲ ਗਵਰਨਮੈਂਟ ਸਿਕਿਉਰਿਟੀਜ਼ ਪਈਆਂ ਹੁੰਦੀਆਂ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੈਂਕਸ ਦੇ ਗੋ ਟੂ ਦੀ RBI, ਔਰ RBI ਨੂੰ ਉਹ ਆਪਣੀਆਂ ਗਵਰਨਮੈਂਟ ਸਿਕਿਉਰਿਟੀਜ਼ ਇੱਕ ਤਰ੍ਹਾਂ ਦੀਆਂ ਗਿਰਵੀ ਰੱਖ ਦਿੰਦੇ ਨੇ, ਔਰ RBI ਉਹਨਾਂ ਨੂੰ ਪੈਸੇ ਦੇ ਦਿੰਦੀ ਹੈ, ਠੀਕ ਹੈ। ਬੇਸਿਕਲੀ RBI ਉਹਨਾਂ ਨੂੰ ਇੱਕ ਤਰ੍ਹਾਂ ਦਾ ਲੋਨ ਦੇ ਦਿੰਦੀ ਹੈ, ਔਰ ਗਵਰਨਮੈਂਟ ਸਿਕਿਉਰਿਟੀ ਨੂੰ ਐਜ਼ ਗਿਰਵੀ ਰੱਖਦੇ ਹੋਏ, ਠੀਕ ਹੈ। ਬੇਸਿਕਲੀ ਆ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਚਲੋ ਸੈਂਟਰਲ ਬੈਂਕ ਜੋ ਹੈ ਉਹ ਗਵਰਨਮੈਂਟ ਸਿਕਿਉਰਿਟੀਜ਼ ਖਰੀਦ ਲੈਂਦੀ ਹੈ ਅਤੇ ਉਹਨਾਂ ਨੂੰ ਪੈਸੇ ਦੇ ਦਿੰਦੀ ਹੈ। ਲੇਕਿਨ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੁੰਦੀ ਹੈ ਕਿ ਐਗਰੀਮੈਂਟ ਹੁੰਦਾ ਹੈ, ਠੀਕ ਹੈ। ਇਟਸ ਅ ਰੀਪਰਚੇਜ਼ ਐਗਰੀਮੈਂਟ, ਰਾਈਟ। ਦੈਟ ਮੀਨਸ ਕਿ ਜਿੰਨੇ ਟਾਈਮ ਦਾ ਐਗਰੀਮੈਂਟ ਹੋਇਆ ਹੈ ਉਨੇ ਟਾਈਮ ਤੋਂ ਬਾਅਦ ਜੋ ਕਮਰਸ਼ੀਅਲ ਬੈਂਕ ਨੇ ਆਪਣੀਆਂ ਸਿਕਿਉਰਿਟੀਜ਼ ਦਿੱਤੀਆਂ ਸੀ RBI ਨੂੰ, ਗਿਰਵੀ ਰੱਖੀਆਂ ਸੀ, ਉਹ ਵਾਪਸ ਲੈਣਗੇ, ਠੀਕ ਹੈ, ਅਤੇ RBI ਨੂੰ ਪੈਸੇ ਵਾਪਸ ਕਰਨਗੇ। ਸੋ ਸਿੰਪਲ ਥਿੰਗ ਇਜ਼ ਕਿ it has an automatic clause of repurchase, ਠੀਕ ਹੈ। banks when they borrow money from RBI by keeping their government securities as a collateral, as a ਮਤਲਬ ਉਹਨੂੰ ਪਲੈਜ ਕਰ ਦਿੰਦੇ ਆ, ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ RBI ਜੋ ਹੈ ਉਹਨਾਂ ਨੂੰ ਖਰੀਦ ਲੈਂਦੀ ਹੈ। ਲੇਕਿਨ ਅਗਰ ਉਹ 1 ਦਿਨ ਦਾ ਕੰਟਰੈਕਟ ਹੈ ਜਾਂ 14 ਦਿਨ ਦਾ ਕੰਟਰੈਕਟ ਹੈ, ਉਨੇ ਦਿਨਾਂ ਬਾਅਦ ਜੋ ਹੈ ਬੈਂਕ ਕੀ ਕਰਦਾ ਹੈ, ਉਹ ਵਾਪਸ ਜੋ ਹੈ RBI ਤੋਂ ਆਪਣੀਆਂ ਸਿਕਿਉਰਿਟੀਜ਼ ਨੂੰ ਰੀਪਰਚੇਜ਼ ਕਰ ਲੈਂਦਾ ਹੈ, ਠੀਕ ਹੈ। ਹੁਣ ਇਹਦੇ 'ਚ ਕੀ ਹੈ, ਦੈਟ ਮੀਨਸ ਅਗਰ ਅੱਜ ਬੈਂਕਸ ਨੇ ਅਗਰ ਅੱਜ ਜੋ ਹੈ ਬੈਂਕਸ ਨੇ 100 ਰੁਪਏ 'ਤੇ ਸਿਕਿਉਰਿਟੀਜ਼ ਜੋ ਹੈ ਉਹ ਆਪਣੀਆਂ RBI ਨੂੰ ਦਿੱਤੀਆਂ, ਠੀਕ ਹੈ, ਅਤੇ ਉਹਨੇ ਵਾਪਸ ਲੈ ਆਂਦਾ 100 ਕਰੋੜ, ਠੀਕ ਹੈ। ਲੇਕਿਨ 14 ਦਿਨ ਬਾਅਦ ਜੋ ਹੈ ਉਹ 106 'ਤੇ RBI ਤੋਂ ਵਾਪਸ ਲੈ ਲੈਣਗੇ। 6% ਕੀ ਹੋ ਗਿਆ, ਇੰਟਰਸਟ, ਠੀਕ ਹੈ। ਅੱਜ ਦੀ ਡੇਟ ਵਿੱਚ ਇਹ ਇੰਟਰਸਟ ਜਿਹੜਾ ਹੈ ਉਹ ਹੈ 4.40। ਨਾਓ ਵਾਟ ਇਜ਼ ਰਿਵਰਸ ਰੈਪੋ? ਰਿਵਰਸ ਰੈਪੋ ਉਲਟਾ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਬੈਂਕ ਜੋ ਕਮਰਸ਼ੀਅਲ ਬੈਂਕ ਹੈ ਉਹ ਬੇਸਿਕਲੀ RBI ਨੂੰ ਲੈਂਡ ਕਰਦੇ ਆ ਮਨੀ, ਠੀਕ ਹੈ। ਉਹ ਕਿਵੇਂ, RBI ਤੋਂ ਸਿਕਿਉਰਿਟੀਜ਼ ਖਰੀਦ ਲੈਂਦੇ ਆ ਅਤੇ RBI ਨੂੰ ਪੈਸੇ ਦੇ ਦਿੰਦੇ ਹੈ। ਬੇਸਿਕਲੀ ਇਹਦਾ ਮਤਲਬ, ਔਰ ਵਿਦ ਆਫ ਕੋਰਸ ਵਿਦ ਐਨ ਇਨਬਿਲਟ ਕਲੌਜ਼ ਆਫ ਰੀਪਰਚੇਜ਼ ਬਾਈ ਦੀ RBI ਕਿ 14 ਦਿਨ ਬਾਅਦ ਜਾਂ 1 ਦਿਨ ਬਾਅਦ, 15 ਦਿਨ, ਜਿੰਨੇ ਦਿਨ ਦਾ ਵੀ ਕੰਟਰੈਕਟ ਹੋਇਆ, ਸ਼ਾਰਟ ਪੀਰੀਅਡ ਦਾ ਕੰਟਰੈਕਟ ਹੁੰਦਾ, ਉਨੇ ਦਿਨ ਬਾਅਦ ਜੋ ਹੈ ਉਹ RBI ਉਹਨਾਂ ਤੋਂ ਰੀਪਰਚੇਜ਼ ਕਰ ਲਏਗੀ ਸਿਕਿਉਰਿਟੀਜ਼। ਨਾਓ ਦ ਥਿੰਗ ਇਜ਼ ਕਿ ਰਿਵਰਸ ਰੈਪੋ ਦਾ ਮਤਲਬ ਕੀ ਹੈ ਕਿ ਬੈਂਕ ਦੇ ਕੋਲ ਐਕਸਟਰਾ ਮਨੀ ਪਿਆ ਹੈ, ਠੀਕ ਹੈ, ਉਹ ਲੈਂਡ ਨਹੀਂ ਕਰ ਰਿਹਾ, ਸੋ ਉਹ ਕਹਿੰਦੇ ਨੇ ਕਿ ਚਲੋ ਲੈਟ ਮੀ ਗਿਵ ਇਟ ਟੂ RBI, ਇੱਕ ਤਰ੍ਹਾਂ ਦਾ ਐਜ਼ ਅ ਲੋਨ,
ਠੀਕ ਹੈ। ਔਰ ਰੈਪੋ ਰੇਟ ਦੇ ਵਿੱਚ ਕੀ ਹੁੰਦਾ ਹੈ ਕਿ ਬੈਂਕ ਕੋਲ ਮਨੀ ਨਹੀਂ ਹੈ ਅੱਗੇ ਲੈਂਡ ਕਰਨ ਵਾਸਤੇ, ਸੋ RBI ਬੈਂਕ ਕੀ ਕਰਦੇ ਆ, ਕਮਰਸ਼ੀਅਲ ਬੈਂਕਸ ਕੀ ਕਰਦੇ ਆ, RBI ਦੇ ਕੋਲ ਜਾਂਦੇ ਆ, RBI ਉਹਨਾਂ ਨੂੰ ਪੈਸੇ ਦਿੰਦੀ ਹੈ ਅਤੇ ਬੈਂਕਸ ਆਪਣੀਆਂ ਸਿਕਿਉਰਿਟੀਜ਼ ਉਹਨਾਂ ਕੋਲ ਰੱਖ ਦਿੰਦੇ ਆ ਗਿਰਵੀ। ਰਿਵਰਸ ਰੈਪੋ ਬਿਲਕੁਲ ਉਲਟਾ ਹੈ ਰੈਪੋ ਰੇਟ ਦੇ, ਨਾਮ ਤੋਂ ਹੀ ਪਤਾ ਲੱਗ ਰਿਹਾ ਹੇਅਰ ਬੈਂਕਸ ਦੇ ਕੋਲ ਐਕਸੈਸ ਮਨੀ ਪਿਆ ਹੁੰਦਾ ਹੈ, ਉਹ RBI ਦੇ ਕੋਲ ਰੱਖ ਦਿੰਦੇ ਆ ਐਂਡ RBI ਉਹਨਾਂ ਨੂੰ ਸਿਕਿਉਰਿਟੀਜ਼ ਦਿੰਦਾ ਹੈ। ਔਰ ਇਹ ਜੋ ਰੇਟ ਹੈ ਆਫਕੋਰਸ ਇਹ ਦਿਸ ਇਜ਼ ਦੀ ਰਿਵਰਸ ਰੈਪੋ ਇਜ਼ ਦੀ ਰੇਟ ਵਿਚ ਇਜ਼ ਅਰਨਡ ਬਾਈ ਦੀ ਕਮਰਸ਼ੀਅਲ ਬੈਂਕਸ, ਸੋ ਇਹ ਹਮੇਸ਼ਾ ਲੈਸ ਹੁੰਦਾ ਹੈ ਰੈਪੋ ਰੇਟ ਤੋਂ। ਹੁਣ ਅਗਰ ਤੁਸੀਂ ਇੱਥੇ ਫੰਡਾਮੈਂਟਲ ਸਮਝਣਾ ਹੋਏ ਕਿ ਰੈਪੋ ਬੇਸਿਕਲੀ ਮੀਨਸ ਇੰਜੈਕਸ਼ਨ ਆਫ ਲਿਕੁਇਡਿਟੀ ਇਨ ਦੀ ਬੈਂਕਿੰਗ ਸਿਸਟਮ ਬਾਈ ਦੀ RBI ਬਿਕੋਜ਼ ਦੀ RBI is giving loan to commercial banks, whereas in reverse repo ulta hai, banks are giving loan to the RBI, so ਬੈਂਕ ਆਪਣੇ ਵਿਹਲੇ ਜਿਹੜੇ ਪੈਸੇ ਉਹਨਾਂ ਕੋਲ ਬਚੇ ਹੋਏ ਨੇ ਉਹ RBI ਨੂੰ ਐਜ਼ ਅ ਲੋਨ ਦੀ ਵਜ੍ਹਾ ਦੇ ਦਿੰਦੇ ਨੇ ਅਤੇ ਉਹਦੇ 'ਤੇ ਉਹ ਕੁਛ ਇੰਟਰਸਟ ਅਰਨ ਕਰ ਲੈਂਦੇ ਆ, ਠੀਕ ਹੈ। ਸੋ ਇਨਫਲੇਸ਼ਨ ਦੇ ਵਿੱਚ ਓਬਵੀਅਸਲੀ ਕੀ ਹੈ, ਰੈਪੋ ਰੇਟ ਨੂੰ ਇਨਕਰੀਜ਼ ਕੀਤਾ ਜਾਂਦਾ ਹੈ ਬਿਕੋਜ਼ ਅਗਰ ਬੈਂਕਸ ਨੂੰ ਮਹਿੰਗਾ ਲੋਨ ਮਿਲੇਗਾ RBI ਤੋਂ ਅਤੇ ਬੈਂਕ ਕੀ ਕਰਨਗੇ, ਅੱਗੇ ਵੀ ਲੋਨ ਮਹਿੰਗਾ ਦੇਣਗੇ, ਲੋਕ ਜੋ ਹੈ ਉਹ ਲੋਨ ਲੈਣ ਤੋਂ ਡਿਸਕਰੇਜ ਹੋਣਗੇ ਅਤੇ ਉਹਨਾਂ ਦੀ ਮਨੀ ਸਪਲਾਈ ਇਕੋਨਮੀ ਦੇ ਵਿੱਚ ਹੈ ਉਹ ਡਿਕਰੀਜ਼ ਹੋ ਜਾਏਗੀ। ਐਂਡ ਅਗਰ ਸਲੋ ਡਾਊਨ ਹੈ, ਡਿਫਲੇਸ਼ਨ ਹੈ, ਜਿਵੇਂ ਅੱਜ ਕੱਲ੍ਹ ਚੱਲ ਰਹੀ ਹੈ ਕਰੋਨਾ ਵਾਇਰਸ ਕਰਕੇ, ਹੋਰ ਪਹਿਲਾਂ ਹੀ ਚੱਲ ਰਹੀ ਸੀ, ਹੁਣ ਤਾਂ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੋ ਗਿਆ। ਹੁਣ ਜੋ ਹੈ RBI ਇਸ ਚੀਜ਼ ਨੂੰ ਘਟਾ ਰਹੀ ਹੈ ਬਿਕੋਜ਼ 28 ਮਾਰਚ ਨੂੰ RBI ਨੇ ਆਪਣੀ ਮੋਨਿਟਰੀ ਪੋਲਿਸੀ ਦੇ ਵਿੱਚ ਰੈਪੋ ਰੇਟ ਨੂੰ ਘਟਾਇਆ, ਰਾਈਟ। ਐਂਡ ਪ੍ਰੈਜ਼ੈਂਟਲੀ ਰੈਪੋ ਰੇਟ ਇਜ਼ 4.40%, ਓਕੇ। ਨਾਓ ਇਹ ਸੀਗੇ ਕੁਆਂਟੀਟੇਟਿਵ ਟੂਲਸ ਸੀ ਕਿ ਇਹ ਅਮਾਊਂਟ ਆਫ ਮਨੀ ਸਪਲਾਈ ਨੂੰ ਚੇਂਜ ਕਰ ਰਹੇ ਸੀ ਕਿ ਇਨਫਲੇਸ਼ਨ ਹੈ, ਓਕੇ ਲੈਟ ਅਸ ਡਿਕਰੀਜ਼ ਦੀ ਮਨੀ ਸਪਲਾਈ, ਸਲੋ ਡਾਊਨ ਚੱਲ ਰਹੀ ਹੈ ਕਰੋਨਾ ਵਾਇਰਸ ਕਰਕੇ ਇਸ਼ੂ ਆ ਰਹੇ ਹੈ, ਲੈਟਸ ਪੁਸ਼ ਮਨੀ ਇਨਟੂ ਦੀ ਸਿਸਟਮ, ਠੀਕ ਹੈ, ਇਨਕਰੀਜ਼ ਕਰੀਏ ਮਨੀ ਸਪਲਾਈ। ਉਹਦੇ ਲਈ ਕੀ ਸੀ, CRR ਰਿਡਿਊਸ ਕਰ ਦਿੱਤਾ, ਠੀਕ ਹੈ, SLR ਨੂੰ ਰਿਡਿਊਸ ਕਰ ਦਿੱਤਾ, ਰੈਪੋ ਰੇਟ ਰਿਡਿਊਸ ਕਰ ਦਿੱਤੇ ਸੋ ਦੈਟ ਬੈਂਕਸ ਦੇ ਕੋਲ ਜ਼ਿਆਦਾ ਅਵੇਲੇਬਲ ਫੰਡਸ ਹੋਣ ਸੋ ਦੈਟ ਉਹ ਫਰਦਰ ਲੈਂਡ ਕਰ ਸਕਣ। ਹੋਰ ਜੋ ਕ੍ਰੈਡਿਟ ਫਲੋ ਨੂੰ ਕੰਟਰੋਲ ਕਰਨ ਦੇ ਲਈ RBI ਕੁਛ ਇਨਡਾਇਰੈਕਟ ਸਟੈਪਸ ਵੀ ਲੈਂਦਾ ਹੈ। ਵਨ ਇਜ਼ ਮੋਰਲ ਸੁਏਜਨ ਦੇ ਵਿੱਚ ਕੀ ਹੁੰਦਾ ਹੈ ਕਿ RBI ਬੈਂਕਸ ਨੂੰ ਬਾਰ-ਬਾਰ ਜਿਵੇਂ ਗੱਲੀ ਬਾਤੀ ਸਮਝਾਉਣ ਵਾਲੀ ਗੱਲ ਕਿ ਤੁਸੀਂ ਐਵੇਂ ਕਰੋ, ਲੋਨਸ ਦਿਓ ਜ਼ਿਆਦਾ, ਫਲਾਣੇ ਸੈਕਟਰਸ ਨੂੰ ਲੋਨ ਦਿਓ ਜਿੱਥੇ ਲੋਨ ਨਹੀਂ ਜਾ ਰਿਹਾ, ਠੀਕ ਹੈ। ਇਸ ਤਰ੍ਹਾਂ ਦੀਆਂ ਜੋ RBI ਪਰਸੂਏਡ ਕਰਨ ਦੀ ਕੋਸ਼ਿਸ਼ ਕਰਦਾ ਹੈ, ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਕੋਈ ਡਿਫੋਲਟ ਕਰ ਰਿਹਾ ਬੈਂਕ ਉਹਨਾਂ ਨੂੰ, ਠੀਕ ਹੈ, ਉਹਨਾਂ ਦੀ ਕੋਈ ਗਾਈਡਲਾਈਨਸ 'ਤੇ ਨਹੀਂ ਚੱਲ ਰਿਹਾ, ਉਹ ਹੁੰਦੀ ਹੈ ਮੋਰਲ ਸੁਏਜਨ, ਮਤਲਬ ਨੈਤਿਕਤਾ ਦਾ ਇੱਕ ਉਹ ਦੇ ਕੇ ਵਾਸਤਾ ਦੇ ਕੇ ਵੀ ਪਲੀਜ਼ ਚੱਜ ਨਾਲ ਕੰਮ ਕਰੋ। ਡਾਇਰੈਕਟ ਐਕਸ਼ਨ ਦਾ ਮਤਲਬ ਹੈ ਕਿ RBI ਹੁਣ ਗੁੱਸਾ ਆ ਗਿਆ, RBI ਕਹੇ ਕਿ ਬੈਂਕ ਮੇਰੀ ਸੁਣ ਨਹੀਂ ਰਹੇ ਹੈ, ਸੋ ਆਈ ਵਿਲ ਉਹਨਾਂ ਦਾ ਮੇਬੀ ਲਾਇਸੈਂਸ ਕੈਂਸਲ ਕਰ ਦਿਓ ਜਾਂ ਉਹਨਾਂ 'ਤੇ ਬੈਨ ਲਗਾ ਦਿਓ, ਜਿਵੇਂ ਰੀਸੈਂਟਲੀ ਯੈਸ ਬੈਂਕ 'ਤੇ ਲਗਾਇਆ ਸੀ, ਠੀਕ ਹੈ, ਮੋਰਟੇਰੀਅਮ, ਜਿਵੇਂ ਕਿ ਉਹਨਾਂ ਨੂੰ ਲੈਂਡ ਨਹੀਂ ਕਰਨ ਦੇਣਾ। ਪਬਲਿਕਲੀ RBI ਜੋ ਹੈ ਕੁਛ ਬੈਂਕਸ ਨੂੰ ਕਹਿ ਦਿੰਦਾ, ਪਬਲਿਕ ਨੂੰ ਕਹਿ ਦਿੰਦਾ ਕਿ ਇਹ ਬੈਂਕਸ ਦੇ ਨਾਲ ਡੀਲ ਨਾ ਕਰੋ, ਠੀਕ ਹੈ। ਇੱਕ ਹੁੰਦੀ ਹੈ ਕ੍ਰੈਡਿਟ ਰਾਸ਼ਨਿੰਗ। ਹੁਣ ਇਹ ਇਨਡਾਇਰੈਕਟ ਟੂਲ ਹੈ ਬੇਸਿਕਲੀ ਕਿ ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ ਪ੍ਰਾਇਓਰਟੀ ਸੈਕਟਰ ਲੈਂਡਿੰਗ। ਇਹਦਾ ਮਤਲਬ ਹੁੰਦਾ ਹੈ ਕਿ ਕ੍ਰੈਡਿਟ ਮਤਲਬ ਲੋਨ ਜਿਹੜੇ ਹੈ ਉਹ ਕਿੱਥੇ ਜਾ ਰਹੇ ਹੈ। ਇੱਥੇ ਕਿਹਾ ਗਿਆ ਹੈ ਕਿ ਹਰ ਇੱਕ ਬੈਂਕ ਨੂੰ ਆਪਣੇ 40% ਜਿਹੜੇ ਲੋਨਸ ਹੈ ਉਹ ਪ੍ਰਾਇਓਰਟੀ ਸੈਕਟਰ ਨੂੰ ਦੇਣੇ ਹੈ। ਪ੍ਰਾਇਓਰਟੀ ਸੈਕਟਰ ਦੇ ਵਿੱਚ ਕੀ ਹੁੰਦਾ ਹੈ, ਮੇਨਲੀ ਐਗਰੀਕਲਚਰ, ਸਮਾਲ ਸਕੇਲ ਇੰਡਸਟਰੀ, ਠੀਕ ਹੈ, ਮਾਈਕਰੋ, ਮੀਡੀਅਮ, ਸਮਾਲ, MSME, ਇਹ ਸਾਰੀਆਂ ਚੀਜ਼ਾਂ ਕਾਹਦੇ 'ਚ ਆਉਂਦੀਆਂ ਹੈ, ਪ੍ਰਾਇਓਰਟੀ ਸੈਕਟਰ ਦੇ ਵਿੱਚ। ਸੋ ਅਗਰ ਕਿਸੇ ਬੈਂਕ ਦੇ 40% ਜੋ ਲੋਨਸ ਹੈ ਉਹ ਪ੍ਰਾਇਓਰਟੀ ਸੈਕਟਰ ਨੂੰ ਜਾ ਰਹੇ ਹੈ, ਦੈਟ ਮੀਨਸ ਇੱਕ ਡਾਇਰੈਕਸ਼ਨ ਦੇ ਰਿਹਾ RBI ਕਿ ਕ੍ਰੈਡਿਟ ਜਿਹੜਾ ਉਹ ਕਿੱਥੇ ਜ਼ਿਆਦਾ ਜਾਣਾ ਚਾਹੀਦਾ, ਕਿੱਥੇ ਘੱਟ ਜਾਣਾ ਚਾਹੀਦਾ ਹੈ। ਲਾਸਟ ਇਜ਼ ਵੇਰੀਏਸ਼ਨ ਆਫ ਮਾਰਜਨ ਰਿਕੁਆਇਰਮੈਂਟ। ਇਹਦੇ 'ਚ ਕੀ ਹੁੰਦਾ ਹੈ ਕਿ ਅਗਰ ਅਸੀਂ ਕੋਈ ਚੀਜ਼ ਗਿਰਵੀ ਰੱਖ ਕੇ ਲੋਨ ਲੈਂਦੇ ਹਾਂ, ਠੀਕ ਹੈ, ਲੈਟਸ ਸੇ ਅਸੀਂ ਇੱਕ ਘਰ ਨੂੰ ਆਪਣੇ ਨੂੰ ਗਿਰਵੀ ਰੱਖ ਕੇ ਲੋਨ ਲਿਆ ਹੈ, ਘਰ ਦੀ ਵੈਲਿਊ ਹੈ 1 ਕਰੋੜ ਅਤੇ ਸਾਨੂੰ ਜੋ ਮੈਕਸੀਮਮ ਲੋਨ ਮਿਲ ਸਕਦਾ ਹੈ ਉਹ ਲੈਟਸ ਸੇ 70% ਆਫ ਦੀ ਵੈਲਿਊ ਆਫ ਦੀ ਹਾਊਸ, ਠੀਕ ਹੈ। ਸੋ ਮਤਲਬ ਸਾਨੂੰ 70 ਲੱਖ ਦਾ ਲੋਨ ਮਿਲ ਜਾਏਗਾ। ਲੇਕਿਨ ਇਸਨੂੰ ਅਗਰ ਮੰਨ ਲਓ ਇਨਫਲੇਸ਼ਨ ਚੱਲ ਰਹੀ ਹੈ, ਲੋਕ ਹੈ ਨਾ ਬਹੁਤ ਜ਼ਿਆਦਾ ਲੋਨ ਲੈ ਰਹੇ, ਇੰਨੇ ਲੋਨ RBI ਚਾਹੁੰਦਾ ਨਹੀਂ ਕਿ ਉਹ ਲੈਣ, ਸੋ RBI ਇਸ ਚੀਜ਼ ਨੂੰ ਵੈਰੀ ਕਰ ਦੇਗਾ ਕਿ ਅੱਛਾ ਅਗਰ ਹੁਣ ਤੁਸੀਂ 1 ਕਰੋੜ ਦਾ ਘਰ ਗਿਰਵੀ ਰੱਖੋਗੇ ਤਾਂ ਤੁਹਾਨੂੰ ਸਿਰਫ 50% ਉਹਦੀ ਵੈਲਿਊ ਦਾ ਹੀ ਲੋਨ ਮਿਲ ਸਕਦਾ। ਦੈਟ ਮੀਨਸ 1 ਕਰੋੜ ਦੇ ਪਿੱਛੇ ਤੁਹਾਨੂੰ ਸਿਰਫ 50 ਲੱਖ ਦਾ ਲੋਨ ਮਿਲੇਗਾ। ਸੋ ਦੈਟ ਇਜ਼ ਵੇਰੀਏਸ਼ਨ ਆਫ ਮਾਰਜਨ ਰਿਕੁਆਇਰਮੈਂਟ। ਨਾ ਇਹ ਤਾਂ ਸੀਗੇ ਮੋਨਿਟਰੀ ਪੋਲਿਸੀ ਦੇ ਟੂਲਸ। ਨਾ
ਦੋ ਤਿੰਨ ਚੀਜ਼ਾਂ ਹੋਈਆਂ ਇਨ ਰੀਸੈਂਟ ਈਅਰਸ। ਇੱਕ ਤਾਂ ਪਹਿਲਾਂ ਕੌਣ ਹੁੰਦਾ ਸੀ ਕਿ ਜੋ ਇਹ ਵੀ ਰੇਟ ਡਿਸਾਈਡ ਕਰਨਾ, ਰੈਪੋ ਰੇਟ ਨੂੰ ਇਨਕਰੀਜ਼ ਕਰਨਾ, ਡਿਕਰੀਜ਼ ਕਰਨਾ, ਇਹ ਸਾਰਾ ਕੰਮ ਹੁੰਦਾ ਸੀ RBI ਗਵਰਨਰ ਦਾ। ਠੀਕ ਹੈ, RBI ਗਵਰਨਰ ਉਹਦੀ ਇੱਕ ਸੋਲ ਅਥਾਰਟੀ ਹੁੰਦੀ ਸੀ ਟੂ ਡਿਸਾਈਡ ਕਿ ਮੈਂ ਇਸ ਵਾਰੀ ਰੈਪੋ ਰੇਟ ਨੂੰ ਇਨਕਰੀਜ਼ ਕਰਨਾ ਜਾਂ ਡਿਕਰੀਜ਼। ਠੀਕ ਹੈ, ਹੁਣ ਇਸ ਚੀਜ਼ ਲਈ ਇੱਕ ਮੋਨੀਟਰੀ ਪੋਲਿਸੀ ਕਮੇਟੀ ਬਣ ਚੁੱਕੀ ਹੈ, ਰਾਈਟ। ਮੋਨੀਟਰੀ ਪੋਲਿਸੀ ਕਮੇਟੀ ਦੇ 6 ਮੈਂਬਰਸ ਹੈ। ਯੂ ਹੈਵ ਟੂ ਫਾਈਂਡ ਆਊਟ ਦੋ 6 ਮੈਂਬਰਸ। ਮੈਂ ਨਾ ਦੱਸ ਦਿੰਦੀ ਹਾਂ ਕਿ 6 ਮੈਂਬਰ ਜੋ ਹੈ ਉਹ RBI ਦੇ ਨੇ ਅਤੇ 6 ਮੈਂਬਰ ਜੋ ਹੈ ਉਹ ਸੈਂਟਰਲ ਗਵਰਨਮੈਂਟ ਦੇ ਨੇ। ਠੀਕ ਹੈ, ਇਹ ਬੈਠ ਕੇ ਡਿਸਾਈਡ ਕਰਦੇ ਆ, ਵੋਟਿੰਗ ਦੇ ਜ਼ਰੀਏ ਡਿਸਾਈਡ ਹੁੰਦਾ ਹੈ ਕਿ ਰੇਟ ਕੱਟ ਕਰਨਾ ਹੈ ਜਾਂ ਨਹੀਂ ਕਰਨਾ। ਹੋਰ ਵੀ ਜੋ ਮੇਜਰ ਡਿਸੀਜਨਸ ਹੈ ਉਹ ਬਾਇਆ ਵੋਟਿੰਗ ਹੁੰਦੇ ਹੈ। ਸੋ ਜੋ ਚੇਅਰਮੈਨ ਹੈ ਦੈਟ ਮੀਨਸ ਦੀ ਗਵਰਨਰ ਆਫ ਦੀ RBI, ਜਿਵੇਂ ਅੱਜ ਦੀ ਡੇਟ ਵਿੱਚ ਕੌਣ ਹੈ, ਸ਼ਕਤੀਕਾਂਤ ਦਾਸ, ਹੀ ਇਜ਼ ਦੀ ਚੇਅਰਮੈਨ ਆਫ ਦੀ ਮੋਨੀਟਰੀ ਪੋਲਿਸੀ ਕਮੇਟੀ MPC। ਉਹਦੀ ਜੋ ਹੈ ਉਹ ਕਾਸਟਿੰਗ ਵੋਟ ਹੋਏਗੀ ਅਗਰ ਮੰਨ ਲਓ ਟਾਈ ਹੋ ਜਾਂਦਾ ਹੈ, ਅਦਰਵਾਈਜ਼ ਮੋਨੋਪਲੀ ਨਹੀਂ ਚੱਲੇਗੀ। ਇੱਕ ਹੋਰ ਚੀਜ਼ ਹੈ ਕਿ RBI ਹੁਣ ਇੱਕ ਕੰਮ ਕਰਦੀ ਹੈ ਇਨਫਲੇਸ਼ਨ ਟਾਰਗੇਟਿੰਗ। ਇਨਫਲੇਸ਼ਨ ਨੂੰ ਕੰਟਰੋਲ ਤਾਂ ਉਹ ਹਮੇਸ਼ਾ ਤੋਂ ਹੀ ਕਰ ਰਹੀ ਸੀ। ਠੀਕ ਹੈ, ਆਲ ਦੀਜ਼ ਈਅਰਸ ਮੇਨ ਉਹਦਾ ਫੰਡਾ ਜੋ ਸੀ ਉਹ ਇਨਫਲੇਸ਼ਨ ਟਾਰਗੇਟਿੰਗ ਨਹੀਂ ਸੀਗਾ। ਲੇਕਿਨ 2016 ਔਨਵਰਡਸ ਕੀ ਹੋ ਗਿਆ ਹੈ ਕਿ ਇਨਫਲੇਸ਼ਨ ਟਾਰਗੇਟਿੰਗ ਇੱਕ ਪ੍ਰੋਪਰ ਆਪਣਾ ਉਹਨੇ ਬਣਾ ਲਿਆ ਹੈ ਕਿ ਇਹ ਮੈਂ ਕਰਨਾ ਹੀ ਕਰਨਾ ਹੈ। ਔਰ ਕਿੰਨਾ ਟਾਰਗੇਟ ਰੱਖਿਆ ਹੈ, 4% ਇਨਫਲੇਸ਼ਨ ਮੇਨਟੇਨ ਕਰਨੀ ਹੈ +-2, ਜਾਂ ਦੈਟ ਮੀਨਸ 2% ਤੋਂ ਇਨਫਲੇਸ਼ਨ ਘਟਣੀ ਨਹੀਂ ਚਾਹੀਦੀ ਅਤੇ 6% ਤੋਂ ਇਨਫਲੇਸ਼ਨ ਵਧਣੀ ਨਹੀਂ ਚਾਹੀਦੀ। ਅਗਰ ਮੰਨ ਲਓ ਵੱਧ ਜਾਂਦੀ ਹੈ ਫॉर 3 ਕੁਆਟਰ ਇਨਫਲੇਸ਼ਨ ਜੋ ਹੈ 6% ਤੋਂ ਵੱਧ ਜਾਂ 2% ਤੋਂ ਘੱਟ ਜਾਂਦੀ ਹੈ, ਦੈਨ RBI ਦੀ ਜੋ ਮੋਨੀਟਰੀ ਪੋਲਿਸੀ ਕਮੇਟੀ ਹੈ ਉਸਨੂੰ ਰਿਪੋਰਟ ਦੇਣੀ ਪੈਂਦੀ ਹੈ ਟੂ ਸੈਂਟਰਲ ਗਵਰਨਮੈਂਟ। ਠੀਕ ਹੈ, ਔਰ ਇਹ ਸਭ ਦੇ ਲਈ RBI ਕੀ ਕਰਦਾ ਹੈ, ਹਰ 2 ਮਹੀਨੇ ਬਾਅਦ ਮਿਲਦਾ ਹੈ, MPC ਦੀ ਮੀਟਿੰਗ ਹੁੰਦੀ ਹੈ। ਸੋ ਹਰ 2 ਮਹੀਨੇ ਬਾਅਦ ਮੋਨੀਟਰੀ ਪੋਲਿਸੀ ਅਪਡੇਟ ਆਉਂਦੇ ਹੈ, ਰਾਈਟ। ਸੋ ਤੁਹਾਨੂੰ ਹਮੇਸ਼ਾ ਉਹਨੂੰ ਟਰੈਕ ਕਰਦੇ ਰਹਿਣਾ ਚਾਹੀਦਾ ਕਿ ਇਸ ਵਾਰ ਉਹਨਾਂ ਨੇ ਕੀ ਅਨਾਊਂਸਮੈਂਟ ਕੀਤੀਆਂ। ਸੋ ਹੁਣ ਇਹ ਸਟਾਰਟ ਹੁੰਦੀ ਹੈ ਬੇਸਿਕਲੀ ਫਾਈਨੈਂਸ਼ੀਅਲ ਈਅਰ ਦੇ April ਤੋਂ ਐਂਡ ਲਾਸਟ ਹੁੰਦੀ ਹੈ ਉਸ ਸਾਲ ਦੀ Feb ਦੇ ਵਿੱਚ। ਸੋ ਇਸ ਸਾਲ Feb ਦੇ ਵਿੱਚ ਤਾਂ ਹੋਈ ਮੋਨੀਟਰੀ ਪੋਲਿਸੀ ਕਮੇਟੀ ਦੀ ਅਨਾਊਂਸਮੈਂਟਸ, ਲੇਕਿਨ ਉਸ ਤੋਂ ਬਾਅਦ ਕੀ ਹੋ ਗਿਆ, April ਤੋਂ ਪਹਿਲਾਂ ਹੀ ਮਾਰਚ ਦੇ ਵਿੱਚ ਹੀ ਉਹਨਾਂ ਨੇ ਕੁਛ ਅਨਾਊਂਸਮੈਂਟਸ ਕਰਤੀਆਂ। MPC CRR ਜਿਹੜਾ 4% ਤੋਂ ਰਿਡਿਊਸ ਕਰਕੇ 3% ਕਰਤਾ, ਰੈਪੋ ਰੇਟ ਵੀ ਚੇਂਜ ਕੀਤਾ ਔਨ 28 ਮਾਰਚ। ਉਹ ਉਹਨਾਂ ਨੇ ਕਿਉਂ ਕੀਤਾ, ਕਰਨਾ ਤਾਂ April 'ਚ ਸੀਗਾ ਨਾ, ਲੇਕਿਨ ਹਫਤਾ ਪਹਿਲਾਂ ਹੀ ਕਰ ਦਿੱਤਾ ਬਿਕੋਜ਼ ਆਫ ਹੋਲ ਕਰੋਨਾ ਵਾਇਰਸ ਲੋਕਡਾਊਨ। ਇਸ ਚੀਜ਼ ਨੂੰ ਫਾਈਟ ਕਰਨ ਦੇ ਲਈ ਉਹਨਾਂ ਨੂੰ ਲੱਗਿਆ ਕਿ ਬਿਜ਼ਨਸਿਸ ਨੂੰ ਇੱਕ ਸਿਗਨਲ ਜਾਣਾ ਚਾਹੀਦਾ ਦੈਟ RBI ਇਜ਼ ਟੇਕਿੰਗ ਕੇਅਰ ਆਫ ਯੂ, ਡੋਂਟ ਵਰੀ। ਸੋ April ਦੀ ਜੋ ਮੋਨੀਟਰੀ ਪੋਲਿਸੀ ਸੀਗੀ ਦੈਟ ਵਾਜ਼ ਅਨਾਊਂਸਡ ਇਨ ਮਾਰਚ ਓਨਲੀ, ਐਂਡ ਉਸ ਤੋਂ ਬਾਅਦ ਹੁਣ RBI ਹਜੇ April ਦੇ ਵਿੱਚ ਉਹ ਦੁਬਾਰਾ ਉਹਨਾਂ ਨੇ ਅਨਾਊਂਸਮੈਂਟਸ ਵੀ ਕੀਤੀਆਂ। ਹੁਣ ਉਹ ਕੌਨਸਟੈਂਟਲੀ ਕਰਦੇ ਰਹਿਣਗੇ। ਠੀਕ ਹੈ, ਸੋ ਕੀਪ ਟਰੈਕ ਆਫ ਦੈਟ।